ਕਸ਼ਮੀਰ ਦੇ ਅਸਲ ਮਾਹੌਲ ਕੀ ਹੈ, ਤੁਹਾਨੂੰ ਕੀ ਲੱਗਦਾ, ਕਿਵੇਂ ਦੇਖਦੇ ਹੋ ਤੁਸੀਂ ਉਹਨਾਂ ਮਾਹੌਲਾਂ ਨੂੰ? ਤੁਸੀਂ ਤਾਂ ਜਿਹੜਾ ਉਹ ਆਪ ਹੰਡਾਉਂਦੇ ਹੋ ਉਹਨਾਂ ਚੀਜ਼ਾਂ ਨੂੰ, ਤੁਸੀਂ ਉੱਥੇ ਰਹਿੰਦੇ ਹੋ, ਤੁਹਾਡੀ ਫੈਮਿਲੀ ਉੱਥੇ ਹੈ। ਤੁਸੀਂ ਅਗਰ ਕਿਸੇ ਬੰਦੇ ਨੂੰ ਦਬਾਓਗੇ, ਦਬਾਉਂਦੇ ਹੀ ਰਹੋਗੇ, ਬਾਰ-ਬਾਰ ਉਹਨੂੰ ਦਬਾਓਗੇ, ਓਪਰੈਸ ਕਰੋਗੇ, ਅਗਲਾ ਬੰਦਾ ਕਿਤੇ ਨਾ ਕਿਤੇ ਰਿਐਕਟ ਤਾਂ ਕਰੇਗਾ। ਤੁਸੀਂ ਉਹਨਾਂ ਨੂੰ ਇੱਦਾਂ ਘਰ 'ਚ ਬੰਦ ਰੱਖੋਗੇ, ਉਹਨਾਂ ਨੂੰ ਮਾਰੋਗੇ, ਕੁੱਟੋਗੇ ਜਾ ਕੇ, ਫਿਰ ਅਗਲੇ ਬੰਦੇ ਵੀ ਰਿਐਕਟ ਕਰਨਗੇ। ਅਗਲੇ ਬੰਦੇ ਵੀ ਤਾਂ ਪਥਰਾਵ ਤਾਂ ਹੀ ਤਾਂ ਹੁੰਦਾ ਹੈ। ਦੇਖੋ ਤਾਲੀ ਇੱਕ ਹੱਥ ਤੋਂ ਵੱਜੇਗੀ ਨਹੀਂ, ਦੋਨੇ ਹੱਥ ਤੋਂ ਵੱਜੇਗੀ। 370 ਜਿਹੜੀ ਹਟਾਈ ਹੈ ਉਹਦੇ ਕਿੰਨੇ ਕੁ ਫਾयदे ਹੋਏ ਨੇ कश्मीर ਦੇ ਵਿੱਚ? 370 हटाने के कोई फ़ायदा नहीं दिखा हमें बस बताया गया कि फ़ायदे हो रहे हैं, आपको डेवलपमेंट देखने को मिलेगा, लेकिन अब तक कोई डेवलपमेंट देखने को नहीं मिला। जो था, जो मतलब हमारे हाथों में पड़ा हुआ था पहले का, वो हमारे हाथों से ऐसे छीन के लेकर गए हैं। ये उन्होंने वो है कि मतलब बस लॉज पास कर देना है, लोग एक्सैप्ट करन या नहीं करन वो उन्हों की कोई फिक्र नहीं है। बस उन्होंने जी एक बार पार्लीमेंट 'ਚ पास करवाता, उन्हें वाले हो गया कि असी पास कराता, ਹੁਣ ਤਾਂ ਲੋਕਾਂ ਨੇ ਮੰਨਣਾ ਹੀ ਪਏਗਾ। ਔਨ 에ਅਰ ਵੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਮੈਂ ਸਿਮਰਨਜੀਤ ਸਿੰਘ ਸਿਮਰਾ ਸਵਾਗਤ ਕਰਦਾ। ਇੱਕ ਵੀਰ ਸਾਡੇ ਨਾਲ ਮੌਜੂਦ ਨੇ ਸਿੰਘੂ ਮੋਰਚੇ ਦੇ ਵਿੱਚ, ਲੰਮਾ ਸਮਾਂ ਹੋ ਗਿਆ ਇਹਨਾਂ ਨੂੰ ਸੇਵਾ ਕਰਦਿਆਂ ਨੂੰ। ਕਸ਼ਮੀਰ ਤੋਂ ਆਏ ਨੇ, ਜੰਮੂ ਕਸ਼ਮੀਰ ਤੋਂ ਆਏ ਨੇ ਤੇ ਨਾਂ ਬਾਈ ਦਾ ਰਿਤਿਕ ਹੈ। ਰਿਤਿਕ, ਸਵਾਗਤ ਹੈ ਔਨ 에ਅਰ ਦੇ ਉੱਤੇ ਤੁਹਾਡਾ। ਹਾਂਜੀ, ਥੈਂਕ ਯੂ ਜੀ। ਜੀ ਬਹੁਤ ਬਹੁਤ ਧੰਨਵਾਦ ਇੱਥੇ ਬੁਲਾਉਣ ਲਈ ਸਾਨੂੰ ਦਾ ਜੀ। 5 ਦਿਨ ਹੋ ਗਏ ਜੀ ਇੱਥੇ ਆਏ ਹੋਏ ਔਰ ਬਹੁਤ ਵਧੀਆ ਮਾਹੌਲ ਹੈ। सब भाई बंधु नाल भाईचारा अच्छा है, मतलब बहुत वधिया लग रहा है। घर वाला ही माहौल है इत्थे भी, इदां लग रहा है जी मतलब कॉलेज ही घूम रहे हैं, सारे अपने अच्छे रहे हैं। हाँ जी, ਤਾਂ ਸਾਰੇ ਆਪਣੇ ਨੇ, ਇਹ ਗੱਲ ਤੁਸੀਂ ਆਖੀ ਹੈ। ਰਿਤਿਕ, ਜੇ ਆਪਾਂ ਗੱਲ ਕਰੀਏ ਜਿਹੜੀ ਦੇਸ਼ ਦੀ ਸਰਕਾਰ ਆ, ਸੈਂਟਰ ਸਰਕਾਰ ਆ, ਇਹ ਗੱਲ ਆਖੀ ਜਾਂਦੀ ਉਹਦੇ ਲਈ ਵੀ ਮਿਨੋਰਟੀਜ਼ ਦੇ ਨਾਲ ਧੱਕਾ ਕਰਦੀ ਹੈ, ਚਾਹੇ ਮੁਸਲਿਮ ਹੋਣ, ਚਾਹੇ ਸਿੱਖ ਹੋਣ, ਜਾਂ ਹੋਰ ਪਾਰਸੀ, ਬੋਧੀ, ਜੈਨੀ, ਜਿਹੜੇ ਮਿਨੋਰਟੀ ਦੇ ਵਿੱਚ ਨੇ, ਜਿਹੜੀ ਕੌਮ ਦੇਸ਼ ਦੇ ਵਿੱਚ, ਉਹਦੇ ਨਾਲ ਧੱਕਾ ਹੋ ਰਿਹਾ ਹੈ। ਅੱਜ ਵੀ ਜਿਹੜਾ ਖੇਤੀ ਬਿੱਲਾਂ ਨੂੰ ਲੈ ਕੇ ਜਿਹੜਾ ਸਰਕਾਰ ਕਾਰਪੋਰੇਟ ਅਦਾਰਿਆਂ ਨੂੰ ਜ਼ਮੀਨਾਂ ਦੇਣਾ ਚਾਹੁੰਦੀ ਆ, ਸਭ ਤੋਂ ਪਹਿਲੇ ਨੰਬਰ 'ਤੇ ਜਿਹੜਾ ਟਾਰਗੇਟ ਉੱਤਰੀ ਭਾਰਤ ਦੇ ਸੂਬਿਆਂ ਨੂੰ ਕੀਤਾ ਗਿਆ, ਹਰਿਆਣਾ ਹੋਵੇ ਜਿਹੜਾ ਜਾਂ ਪੰਜਾਬ ਹੋਵੇ, ਉੱਤਰੀ ਭਾਰਤ ਦੇ ਸੂਬਿਆਂ ਨੂੰ ਜਿਹੜਾ ਟਾਰਗੇਟ ਕੀਤਾ ਗਿਆ, ਕਿਉਂਕਿ ਬਾਕੀ ਕੁਝ ਸੂਬੇ ਦਾ ਜਿਹੜੇ ਉਹਨਾਂ 'ਚ ਤਾਂ ਪਹਿਲਾਂ ਹੀ ਜਿਹੜੇ ਇਹ ਕਾਨੂੰਨ ਲਾਗੂ ਹੋ ਚੁੱਕੇ ਆ। ਬਿਹਾਰ ਦੀ ਜੇ ਆਪਾਂ ਗੱਲ ਕਰੀਏ ਹੈ ਨਾ, ਤਾਂ ਤੁਹਾਨੂੰ ਕੀ ਲੱਗਦਾ ਇਹਨਾਂ ਕਾਨੂੰਨਾਂ ਨੂੰ ਕਿਵੇਂ ਦੇਖਦੇ ਹੋ? ਸੈਂਟਰ ਸਰਕਾਰ ਦੀ ਨੀਅਤ ਨੂੰ ਜਿਹੜਾ ਆ ਕਿਵੇਂ ਦੇਖਦੇ ਹੋ ਤੁਸੀਂ? जी मैंने तो लग रहा है कि सेंटर सरकार पूरी प्राइवेटाइजेशन कर रही है जी। वो हर एक सैक्टर च प्राइवेटाइजेशन लाना चाहती है कि सारी हर किते प्राइवेट कंपनीज आ जान। उन्होंने वो है कि मतलब बस लॉज पास कर देना है, लोग एक्सैप्ट करन या नहीं करन वो उन्हों की कोई फिक्र नहीं है। बस उन्होंने जी एक बार पार्लीमेंट 'ਚ पास करवाता, उन्हें वाले हो गया कि असी पास कराता, ਹੁਣ ਤਾਂ ਲੋਕਾਂ ਨੇ ਮੰਨਣਾ ਹੀ ਪਏਗਾ। मतलब ਧੱਕਾ ਹੀ ਕਰ ਰਹੇ ਆ, ਡਿਕਟੇਟਰਸ਼ਿਪ ਹੀ ਚਲਾਏ ਜਾ ਰਹੇ ਆ ਉਹ ਆਪਣੀ। ਮੈਨੂੰ ਤਾਂ ਹਰ ਕਿਤੇ ਹੁਣ ਜਿਵੇਂ ਆਪਣਾ ਹੈ ਸਾਡੇ ਪਾਸੇ ਵੀ ਇਹੀ ਚੱਲ ਰਿਹਾ, ਬਟ ਇੱਥੇ ਤਾਂ ਮੈਨੂੰ ਲੱਗ ਰਿਹਾ ਜ਼ਿਆਦਾ ਹੋ ਗਿਆ, ਕਿਉਂਕਿ ਇੱਧਰ ਆਈ ਥਿੰਕ 2 ਮਹੀਨੇ ਹੋਣ ਵਾਲੇ ਆ ਇਹ ਪ੍ਰੋਟੈਸਟ ਕਰਦੇ ਹੋਏ। 4 ਮਹੀਨੇ ਵੈਸੇ ਤਾਂ ਇੱਥੇ ਦਿੱਲੀ ਬੈਠੇ ਹੋਏ, ਮੈਂ ਤਾਂ ਦਿੱਲੀ ਦਾ ਹੀ ਕਹਿ ਰਿਹਾ ਕਿ 2 ਮਹੀਨੇ ਹੋ ਗਏ ਦਿੱਲੀ ਬੈਠੇ ਹੋਏ ਲੋਕਾਂ ਨੂੰ। ਬਟ ਫਿਰ ਵੀ ਸਰਕਾਰ ਇਹੀ ਹੈ ਕਿ मतलब डेट्स इशू करी जा रही है, मीटिंग्स होंदियां ने, फिर भी अगे मीटिंग्स डिले करवाती है कि हाँ जी नैक्सट मीटिंग च करते हैं, नैक्सट मीटिंग तुसी कर लो एक बारी फैसला आके। इन्ना वड्डा तो है नहीं कुछ कि फार्म बिल्स ही ने है तो फार्मर्स के हित ਲਈ पास करे ना। तुसी यही कहते हो कि फार्मर्स के हित ਲਈ है, तो दोबारा कर लो, डिले कर दो या फिर रोक दो इन्हों। देखो किसी का नुकसान नहीं हैगा। हुण सरकार तो इदा ही है कि बस साडे वल्लों उन्हें वल्लों पास हो गए, हुण तुसी मनने, बस असी पास करवाते, असी ਹੁਣ ਬਾਕੀ ਤੁਹਾਡੀ ਜ਼ਿੰਮੇਵਾਰੀ ਹੈ, ਤੁਸੀਂ ਕਿਵੇਂ ਦੇਖਦੇ ਹੋ ਜੀ? ਬਸ ਉਹੀ ਚੱਲ ਰਿਹਾ ਇੱਥੇ। ਰਿਤਿਕ, ਜੇ ਗੱਲ ਕਰੀਏ ਦੇਸ਼ ਦੇ ਵਿੱਚ ਇੱਕ ਉਹ ਖਿੱਤਾ ਕਸ਼ਮੀਰ, ਜਿੱਥੇ 24 ਘੰਟੇ ਕਿਹਾ ਜਾਂਦਾ ਵੀ ਕਰਫਿਊ ਲੱਗਿਆ ਰਹਿੰਦਾ, ਲੋਕਾਂ ਨੂੰ ਬਾਹਰ ਨਹੀਂ ਨਿਕਲਣ ਦਿੱਤਾ ਜਾਂਦਾ। ਪਿਛਲੇ ਸਾਲ ਸੀਏਏ ਨੂੰ ਲੈ ਕੇ ਮੁਸਲਮਾਨਾਂ ਨੇ ਪ੍ਰੋਟੈਸਟ ਕੀਤਾ, ਉਹਨਾਂ ਦਾ ਸ਼ਹੀਨ ਬਾਗ ਦੇ ਵਿੱਚ ਮੋਰਚਾ ਚੱਲਿਆ, ਪ੍ਰੋਟੈਸਟ ਕੀਤੀ ਗਈ ਹੈ। ਉਸ ਮੋਰਚੇ ਨੂੰ ਜਿਹੜਾ ਆ ਕਿਤੇ ਨਾ ਕਿਤੇ ਆਖਿਆ ਗਿਆ ਵੀ ਇਸ ਮੋਰਚੇ ਦੇ ISI ਨਾਲ ਸੰਬੰਧ ਨੇ। ਬੜਾ ਸੈਂਟਰ ਸਰਕਾਰ ਨੇ ਉੱਥੇ ਵੀ ਕਾਫੀ ਹੱਥਕੰਡੇ ਅਪਣਾਏ ਆ। ਇੱਥੇ ਵੀ ਕਹਿ ਰਹੀ ਹੈ ਖਾਲਿਸਤਾਨੀਆਂ ਦਾ ਮੋਰਚਾ ਜਿਹੜੇ ਸਿੰਘੂ ਬਾਰਡਰ 'ਤੇ ਬੈਠੇ ਨੇ ਇਹ ਮਾਓਵਾਦੀ ਬੈਠੇ ਨੇ। ਅਜਿਹੀਆਂ ਗੱਲਾਂ ਜਿਹੜੀਆਂ ਆਖੀਆਂ ਜਾ ਰਹੀਆਂ ਨੇ। ਜੇ ਆਪਾਂ ਗੱਲ ਕਰੀਏ ਕਸ਼ਮੀਰ ਦਾ ਮਾਹੌਲ ਕੀ ਹੈ, ਤੁਸੀਂ ਹਿੰਦੂ ਫੈਮਿਲੀ ਤੋਂ ਬਿਲੋਂਗ ਕਰਦੇ ਹੋ, ਮੁਸਲਮਾਨ ਜਿਹੜੇ ਉੱਥੇ ਬੈਠੇ ਨੇ, ਕਈ ਕਹਿੰਦੇ ਨੇ ਵੀ ਉਹ ਪਹਿਲਾਂ ਜਿਹੜੇ ਉੱਥੇ ਮੁਸਲਿਮ ਬੈਠੇ ਨੇ ਉਹ ਫੌਜ ਦੇ ਉੱਤੇ ਪੱਥਰਾ ਕਰਦੇ ਨੇ, ਇੱਦਾਂ ਦੀਆਂ ਗੱਲਾਂ ਆਖੀਆਂ ਜਾਂਦੀਆਂ ਨੇ। ਕਸ਼ਮੀਰ ਦੇ ਅਸਲ ਮਾਹੌਲ ਕੀ ਹੈ, ਤੁਹਾਨੂੰ ਕੀ ਲੱਗਦਾ, ਕਿਵੇਂ ਦੇਖਦੇ ਹੋ ਤੁਸੀਂ ਉਹਨਾਂ ਮਾਹੌਲਾਂ ਨੂੰ? ਤੁਸੀਂ ਤਾਂ ਜਿਹੜਾ ਉਹ ਆਪ ਹੰਡਾਉਂਦੇ ਹੋ ਉਹਨਾਂ ਚੀਜ਼ਾਂ ਨੂੰ, ਤੁਸੀਂ ਉੱਥੇ ਰਹਿੰਦੇ ਹੋ, ਤੁਹਾਡੀ ਫੈਮਿਲੀ ਉੱਥੇ ਹੈ, ਕਿਵੇਂ ਦੇ ਨੇ ਉਹ ਮਾਹੌਲ? ਜੀ ਮੈਨੂੰ ਲੱਗਦਾ ਹੁਣ ਦੇਖੋ ਤੁਸੀਂ ਅਗਰ ਕਿਸੇ ਬੰਦੇ ਨੂੰ ਦਬਾਓਗੇ, ਦਬਾਉਂਦੇ ਹੀ ਰਹੋਗੇ,
ਬਾਰ ਬਾਰ ਉਹਨੂੰ ਦਬਾਓਗੇ, ਓਪਰੈਸ ਕਰੋਗੇ, ਅਗਲਾ ਬੰਦਾ ਕਿਤੇ ਨਾ ਕਿਤੇ ਰਿਐਕਟ ਤਾਂ ਕਰੇਗਾ, ਕਿਤੇ ਨਾ ਕਿਤੇ ਲੜੇਗਾ ਅੱਗੇ ਤੋਂ। ਹੁਣ ਤੁਸੀਂ ਉੱਥੇ ਜਿਹੜੇ ਰਹਿ ਰਹੇ ਕਸ਼ਮੀਰ 'ਚ ਦੇਖੋ, ਸਾਰੇ ਲੋਕ ਮਾੜੇ ਨਹੀਂ ਹੁੰਦੇ, ਕੁਛ ਕਹਿ ਸਕਦੇ ਕਿ ਕੁਛ ਕਰਦੇ ਹੋਣਗੇ, ਕੁਛ ਸਪੋਰਟਰ ਹੈਗੇ ਨੇ ਉੱਥੇ ISI ਦੇ ਪਾਕਿਸਤਾਨੀ ਸਪੋਰਟਰਸ ਹੈਗੇ ਨੇ, ਬਟ ਇਹ ਨਹੀਂ ਹੈਗਾ ਕਿ ਤੁਸੀਂ ਹੁਣ ਇੱਕ ਬੰਦੇ ਪਿੱਛੇ ਸਾਰੀ ਕੌਮ ਨੂੰ ਇੱਦਾਂ ਕਹਿ ਦਿਓ ਕਿ ਹਾਂਜੀ ਸਾਰੇ ਹੀ ISI ਸਪੋਰਟਰ, ਇੱਦਾਂ ਥੋੜ੍ਹੀ ਹੁੰਦਾ। ਫਿਰ ਹੁਣ ਤੁਸੀਂ ਉਹਨਾਂ ਨੂੰ ਦਬਾਏ ਜਾ ਰਹੇ ਹੋ, ਉਹਨਾਂ 'ਤੇ ਇਹ ਕਹੇ ਜਾ ਰਹੇ ਹੋ ਕਿ ਹਾਂਜੀ ਕਸ਼ਮੀਰ ਵਾਲੇ ਇੱਦਾਂ ਕਰਕੇ, ਇਹ ਕਰਕੇ, ਇੱਦਾਂ ਕੁਛ ਨਹੀਂ ਹੁੰਦਾ। ਹੁਣ ਤੁਸੀਂ ਉਹਨਾਂ ਨੂੰ ਇੱਦਾਂ ਘਰ 'ਚ ਬੰਦ ਰੱਖੋਗੇ, ਉਹਨਾਂ ਨੂੰ ਮਾਰੋਗੇ, ਕੁੱਟੋਗੇ ਜਾ ਕੇ, ਫਿਰ ਅਗਲੇ ਬੰਦੇ ਵੀ ਰਿਐਕਟ ਕਰਨਗੇ, ਅਗਲੇ ਬੰਦੇ ਵੀ ਤਾਂ ਪਥਰਾਵ ਤਾਂ ਹੀ ਤਾਂ ਹੁੰਦਾ ਹੈ। ਦੇਖੋ ਤਾਲੀ ਇੱਕ ਹੱਥ ਤੋਂ ਵੱਜੇਗੀ ਨਹੀਂ, ਦੋਨੇ ਹੱਥ ਤੋਂ ਵੱਜੇਗੀ। ਹੁਣ ਤੁਸੀਂ ਕਰ ਰਹੇ ਹੋ, ਉਹ ਵੀ ਅੱਗੇ ਤੋਂ ਕਰਨਗੇ, ਫਿਰ ਤੁਸੀਂ ਜੋੜਦੇ ਹੋ ਜੀ ਹਾਂਜੀ ਕਸ਼ਮੀਰ 'ਚ ਇਹ ਹੋ ਗਿਆ, ਆਤੰਕਵਾਦ ਫੈਲੀ ਜਾ ਰਿਹਾ। ਕਿਉਂ ਫੈਲੀ ਜਾ ਰਿਹਾ? ਸਰਕਾਰ ਇੱਦਾਂ ਕਰ ਰਹੀ ਹੈ ਤਾਂ ਹੀ ਤਾਂ ਫੈਲੀ ਜਾ ਰਿਹਾ ਹੈ। ਹੁਣ ਲੋਕ ਆਪੇ ਜਾ ਕੇ ਥੋੜ੍ਹੀ ਉੱਥੇ ਆਉਂਦੇ ਜੀ ਹਾਂਜੀ ਅਸੀਂ ਤਾਂ ਆਤੰਕਵਾਦੀ ਬਣਨਗੇ ਜਾ ਕੇ। ਤੁਸੀਂ ਦਬਾਉਂਦੇ ਰਹੋਗੇ ਉਹਨਾਂ ਨੂੰ, ਸਰਕਾਰ ਦਬਾਉਂਦੀ ਰਹੂਗੀ, ਉਹ ਵੀ ਆ ਕੇ ਉੱਠਣਗੇ, ਉਹ ਵੀ ਅੱਗੇ ਤੋਂ ਫਾਈਟ ਬੈਕ ਕਰਨਗੇ। ਉਹੀ ਹੋ ਰਿਹਾ ਬਸ, ਹੋਰ ਕੁਛ ਨਹੀਂ ਹੈ ਇੱਥੇ। ਸੁਕਰਾਤ ਹੋਏ ਨੇ, ਇੱਕ ਫਿਲਾਸਫਰ ਹੋਏ ਨੇ ਸੁਕਰਾਤ, ਉਹ ਲਿਖਦੇ ਨੇ ਕਿ ਜਿੱਥੇ ਅੱਤਵਾਦ ਜ਼ਿਆਦਾ ਹੁੰਦਾ ਨਾ, ਟੈਰਰਿਜ਼ਮ ਜਿੱਥੇ ਜ਼ਿਆਦਾ ਹੁੰਦਾ, ਉਸ ਮੁਲਕ ਦੇ ਲੋਕ ਜਿਹੜੇ ਆਪਣੇ ਰਾਜਨੇਤਾ ਜਿਹੜੇ ਹੁੰਦੇ ਨੇ ਉਹਨਾਂ ਤੋਂ ਸਤਾਏ ਹੁੰਦੇ ਨੇ। ਉਸ ਮੁਲਕ ਦੇ ਲੋਕ ਉੱਥੋਂ ਦੇ ਪੋਲੀਟੀਸ਼ੀਅਨਸ ਤੋਂ ਸਤਾਏ ਹੋਏ ਲੋਕ ਨੇ। ਜਿੱਥੇ ਟੈਰਰਿਸਟ ਜ਼ਿਆਦਾ ਹੋਣਗੇ, ਟੈਰਰਿਜ਼ਮ ਹੋਊਗਾ ਜਿੱਥੇ, ਇਹ ਗੱਲਾਂ ਆਖੀਆਂ ਜਾਂਦੀਆਂ ਨੇ। ਬਾਕੀ ਜਿੱਦਾਂ ਤੁਸੀਂ ਕਿਹਾ ਵੀ ਜੇ ਧੱਕਾ ਕਰੋਗੇ ਤਾਂ ਲੋਕ ਰਿਐਕਟ ਤਾਂ ਕਰਨਗੇ। ਸੋ ਰਿਐਕਟ ਦੀ ਇਸ ਗੱਲ ਕਰਦੇ ਆ ਵੀ 370 ਹੁਣ ਹਟਾਈ ਗਈ ਹੈ। ਦੇਸ਼ ਦੀ ਬਹੁ ਗਿਣਤੀ ਜਿਹੜੀ ਮੈਜੋਰਿਟੀ ਵੋਟ ਆ, ਹਿੰਦੂ ਬਹੁ ਗਿਣਤੀ ਇਹ ਗੱਲ ਆਖ ਰਹੀ ਹੈ, ਪੰਜਾਬ ਦੀ ਨਹੀਂ ਜਾਂ ਉੱਤਰੀ ਭਾਰਤ ਦੇ ਸੂਬਿਆਂ ਦੀ ਨਹੀਂ, ਕੋਈ ਲੋਕ ਜਿਹੜੇ ਆਖਦੇ ਆ ਜਾਂ ਕਹਿ ਲਓ ਵੀ ਜਿਹੜੇ ਸਰਕਾਰ ਦੇ ਹਤੈਸ਼ੀ ਨੇ ਜਾਂ BJP ਦੇ ਵਰਗ ਦੇ ਲੋਕ ਨੇ, ਉਹ ਇਹ ਗੱਲਾਂ ਆਖ ਰਹੇ ਨੇ ਕਿ 370 ਹਟਾਈ ਹੈ, ਬਹੁਤ बढ़िया कर दिया, राम मंदिर बना दिया, बहुत बढ़िया कर दिया। आपको क्या लगता है भी 370 ਜਿਹੜੀ ਹਟਾਈ ਹੈ ਉਹਦੇ ਕਿੰਨੇ ਕੁ ਫਾਇਦੇ ਹੋਏ ਨੇ कश्मीर ਦੇ ਵਿੱਚ? 370 हटाने के कोई फ़ायदा नहीं दिखा हमें बस बताया गया कि फ़ायदे हो रहे हैं, आपको डेवलपमेंट देखने को मिलेगा, लेकिन अब तक कोई डेवलपमेंट देखने को नहीं मिला। जो था, जो मतलब हमारे हाथों में पड़ा हुआ था पहले का, वो हमारे हाथों से ऐसे छीन के लेकर गए हैं। ये हमारे पास जैसे स्टेट्स जॉब्स ऑफ़र कर दिया उनके यूथ को, स्टूडेंट्स को। पहले थे हमारे पास वो अपॉर्चुनिटीज़ कि हम जम्मू कश्मीर के लोग खुद कर सकते थे, अपनी स्टेट में कर सकते, बट अभी नहीं है हमारे पास अपॉर्चुनिटी। अभी हो गया कि पूरा ऑल इंडिया, यानी कि नेशनल लेवल पे ये कंपटीशन रहेगा, हमें जॉब्स करनी है, उसके लिए हमें नेशनल लेवल पे फाइट करना पड़ेगा। हमें कहते हैं कि जम्मू कश्मीर को कोटा दिया, क्या कोटा दिया गया है यार? मतलब तुम बस क्या देते हो कि जम्मू कश्मीर को इतने बेनिफिट्स मिले, हमें तो दिखाओ, हम तो जम्मू में रह रहे हैं, हमें तो दिखाओ। अब अगर कही जाए सारे देश में इंटरनेट सर्विसेज प्रोवाइड की जा रही हैं, 4G हर कहीं चला जा रहा है, पर जम्मू में क्यों नहीं चला रहे? जम्मू में अब 2 साल हो जाएंगे, 2 साल से पहले 6 महीने तक तो कोई इंटरनेट कनेक्शन, फिर उसके बाद 1 साल 2G, तो अब मतलब 1.5 साल से 2G पे सर्विस, कितनी स्टडीज़ भी इफेक्ट होती है सारे स्टूडेंट्स की। तो कहाँ है डेवलपमेंट, कहाँ टेलीकॉम सर्विसेज? हमें तो बस ये दिखाया जा रहा है कि बहुत डेवलपमेंट हो रही है। जो हम वहाँ पे रहते हैं, हम तो कहीं डेवलपमेंट नहीं देख रहे इनकी तरफ से कि हमें डेवलपमेंट कुछ देखने को मिल रही है। बस ये है कि जो वैसे ये मीडिया नहीं, ऐसे नेशनल मीडिया जो होती है, बिकाऊ मीडिया हो चुकी है कि सरकार की नीतियाँ बताई जाएंगी, सरकार को बताया जाएगा कि हाँ ऐसा कर रही है सरकार, अच्छी बातें दिखाई जाएंगी, कभी बुरी बातें भी दिखाओ यार, सरकार इतना कुछ भी कर रही है, वो भी ज़रूरी है, बट नहीं दिखाएंगे वो। तो कह सकते हैं कि सरकार बस कहे जा रही है, करे जा रही है, और कुछ नहीं है, डिक्टेटरशिप चले जा रही है हर कहीं। ਰਿਤਿਕ ਤੁਸੀਂ ਕਹਤਾ ਡਿਕਟੇਟਰਸ਼ਿਪ ਚੱਲ ਰਹੀ ਹੈ, ਸਰਕਾਰ ਸ਼ਰੇਆਮ ਕਹਿੰਦੀ ਹੈ, ਮੋਹਨ ਭਾਗਵਤ ਕਹਿੰਦੇ ਨੇ RSS ਮੁਖੀ, ਕਿ ਅਸੀਂ ਹਿੰਦੂ ਰਾਸ਼ਟਰ ਬਣਾਉਣਾ। ਇੱਕ ਕਸ਼ਮੀਰ 'ਚ ਰਹਿੰਦਾ ਹਿੰਦੂ ਨੌਜਵਾਨ ਕਿਵੇਂ ਦੇਖਦਾ ਇਸ ਗੱਲ ਨੂੰ? ਇਹ ਪਿੱਛੇ ਜੇ ਇੱਕ ਫਿਲਮ ਆਈ ਸੀਗੀ, ਹੁਣ ਮੇਰੇ ਨਾਮ ਨਹੀਂ ਯਾਦ ਆ ਰਿਹਾ, ਉਹ ਫਿਲਮ ਦੇ ਵਿੱਚ ਦਿਖਾਇਆ ਗਿਆ ਸੀ शकीरा आई थी ਮੇਬੀ, वो ਇੱਕ ਹੋਰ ਸੀ पंडित के ऊपर बेस्ड। हाँ, ਇਹ ਗੱਲ ਵਿਖਾਈ ਗਈ ਸੀ ਕਿ ਕਸ਼ਮੀਰ 'ਚ ਰਹਿੰਦੇ ਜਿਹੜੇ ਪੰਡਤ ਨੇ ਜਾਂ ਹਿੰਦੂ ਨੇ, ਉਹਨਾਂ ਦੇ ਨਾਲ ਧੱਕਾ ਹੁੰਦਾ, ਉਹਨਾਂ ਦੇ ਨਾਲ ਜਿਹੜਾ ਮੁਸਲਮਾਨ ਧੱਕਾ ਕਰਦੇ ਨੇ, ਅੱਤਵਾਦੀ ਧੱਕਾ ਕਰਦੇ ਨੇ, ਉਹਨਾਂ ਨੂੰ ਮਾਰ ਦਿੱਤਾ ਜਾਂਦਾ। ਅਜਿਹੀਆਂ ਗੱਲਾਂ ਵਿਖਾਈਆਂ ਗਈਆਂ। ਮੋਹਨ ਭਾਗਵਤ ਕਹਿੰਦੇ ਆ, RSS ਦੇ ਮੁਖੀ ਕਹਿੰਦੇ ਨੇ, BJP ਦੇ ਲੀਡਰਸ ਜਿਨ੍ਹਾਂ ਨਾਲ ਮੈਂ ਗੱਲ ਕੀਤੀ ਆ, ਮੈਂ CAA ਨੂੰ ਲੈ ਕੇ ਵੀ ਗੱਲਾਂ ਕੀਤੀਆਂ ਨੇ ਹੁਣ, ਵੀ ਤੁਸੀਂ ਮਾਈਨੋਰਿਟੀਜ਼ ਨਾਲ ਧੱਕਾ ਕਰ ਰਹੇ ਹੋ, ਲੋਕ ਆਖਦੇ ਨੇ ਮੈਨੂੰ, ਕਹਿੰਦੇ ਵੀ ਅਸੀਂ ਤਾਂ ਸਬਕਾ ਸਾਥ ਸਬਕਾ ਵਿਕਾਸ ਦੀ ਗੱਲ ਕਰਦੇ ਹਾਂ, ਅਸੀਂ ਮਾਈਨੋਰਿਟੀ ਨਾਲ ਧੱਕਾ ਨਹੀਂ ਕਰ ਰਹੇਗੇ। ਇਹ ਗੱਲ ਮੈਨੂੰ ਉਹਨਾਂ ਨੇ ਆਖੀ, ਤਾਂ ਮੈਂ ਕਿਹਾ ਵੀ ਤੁਸੀਂ CAA ਕਿਉਂ ਲੈ ਕੇ ਆਏ ਆ? ਕਹਿੰਦੇ ਪਾਕਿਸਤਾਨ ਦੇ ਵਿੱਚ ਨਾ ਹਿੰਦੂ ਸੇਫ ਨਹੀਂਗੇ, ਇਸ ਕਰਕੇ ਅਸੀਂ ਉਹਨਾਂ ਨੂੰ ਜਿਹੜਾ ਆ ਇੰਡੀਆ 'ਚ ਆਉਣ ਦੇ ਲਈ
ਕਹਿ ਰਹੇ ਹਾਂ ਵੀ ਉਹ ਆ ਸਕਦੇ ਨੇ, ਜਾਂ ਹੋਰ ਜਿਹੜੇ ਅਰਬ ਕੰਟਰੀਜ਼ ਦੇ ਵਿੱਚ ਹਿੰਦੂ ਸੇਫ ਨਹੀਂਗੇ ਉਹ ਇੱਥੇ ਆ ਸਕਦੇ ਨੇ। ਤਾਂ ਮੈਂ ਕਿਹਾ ਜਿਹੜੇ ਮਿਨੋਰਿਟੀ ਵਰਗ ਨੇ ਉਹ ਕਹਿੰਦੇ ਆ ਚਾਹੇ ਸਿੱਖ ਹੋਣ ਚਾਹੇ ਮੁਸਲਮਾਨ ਹੋਣ, ਉਹ ਕਹਿੰਦੇ ਅਸੀਂ ਇੰਡੀਆ ਦੇ ਵਿੱਚ ਸੇਫ ਨਹੀਂਗੇ। ਤਾਂ ਤੁਹਾਨੂੰ ਕੀ ਲੱਗਦਾ ਵੀ ਕਸ਼ਮੀਰ ਦੇ ਵਿੱਚ ਹਿੰਦੂ ਨਾਲ ਪੰਡਤਾਂ ਨਾਲ ਧੱਕਾ ਹੁੰਦਾ ਜਾਂ ਕਿਤੇ ਨਾ ਕਿਤੇ ਦੋਵੇਂ ਤਰ੍ਹਾਂ ਨਾਲ ਸਰਕਾਰ ਧੱਕਾ ਕਰ ਰਹੀ है? कि देखो इधर सरकार की गलती भी कह सकते हैं और लोगों की, क्योंकि जहाँ पे कई लोगों से कई टाइम से रह रहे हैं लोग, तो कुछ ना कुछ चेंजेस महसूस करते हैं, कुछ ना कुछ होता ही है। कि अब जैसे मैं यहाँ पे कॉलेज में रह रहा हूँ, तो मैं तो जम्मू छोड़ के आया हूँ ना यहाँ पे कॉलेज पढ़ाई के लिए, तो मुझे भी लगता है 4 साल से मुझे भी डिफरेंस महसूस होता है कि हाँ घर पे ऐसा माहौल था, अब यहाँ पे है। बट उस हिसाब से एडजस्ट किया मैंने, कि मैं रहा उस हिसाब से, अपने आप को उस हिसाब से प्रिपेयर किया, माइंडसेट उस हिसाब से बनाया मेरे को कि मेरे को यहाँ पे रहना है, मेरे को करना है। तो एडमिनिस्ट्रेशन भी सब कुछ करती है। अब सरकार बोल देगी हाँ यहाँ पे हिंदू राष्ट्र बनाना है, अगर आपको इतना हिंदू राष्ट्र बनाना है तो आपके हिंदू देश छोड़ के क्यों जा रहे हैं दूसरे देशों में रहने के लिए? तो बताओ ना क्यों, उसका भी जवाब दो हमें कि आपके जो हिंदू ही हैं वही यहाँ से देश छोड़ के दूसरे देशों में रहने के लिए जा रहे हैं, वो यहाँ की सिटीजनशिप छोड़ के दूसरे देशों में सिटीजनशिप के लिए जा रहे हैं। तो कहाँ है हिंदू राष्ट्र? हिंदू राष्ट्र जो टूट रहा है, बन नहीं रहा ये। तो आप तो जो राष्ट्र बना हुआ है आप तो उसे भी तोड़ रहे हो आहिस्ता आहिस्ता करके। ये बनता नहीं है, ये बस टूटता ही जा रहा है, आहिस्ता आहिस्ता टूट रहा है ये राष्ट्र बस। तो उसको संभालो प्लीज़, यही विनती है सरकार से मेरी, तो कि ਸੰਭਾਲੋ ਇਸ ਰਾਸ਼ਟਰ को। ਗਾਜੀਪੁਰ ਬਾਰਡਰ ਦੇ ਉੱਤੇ, ਜੈਪੁਰ ਬਾਰਡਰ ਦੇ ਉੱਤੇ ਤਿਰੰਗੇ ਲੱਗੇ ਹੋਏ ਸੀਗੇ ਕੁਝ ਨੌਜਵਾਨਾਂ ਦੇ ਟਰੈਕਟਰਸ ਦੇ ਉੱਤੇ ਜੋ ਦਿੱਲੀ ਵੱਲ ਵੱਧ ਰਹੇ ਸੀ ਬਾਰਡਰਸ ਦੇ ਉੱਤੇ। ਕਿਤੇ ਨਾ ਕਿਤੇ ਸਰਕਾਰ ਦੀ ਜਿਹੜੀ ਪੁਲਿਸ ਹੈ ਉਹਨਾਂ ਨੇ ਉਹਨਾਂ ਦੇ ਉੱਤੇ ਵੀ ਹਮਲਾ ਕਰਤਾ, ਤਿਰੰਗੇ ਲੱਗੇ ਹੋਏ ਸੀ ਉਹਨਾਂ ਦੇ ਉੱਤੇ। ਲੱਗਦਾ ਵੀ ਤਿਰੰਗੇ ਦਾ ਸਨਮਾਨ ਵੀ ਨਹੀਂ ਅੱਜ ਰਿਹਾ ਸਰਕਾਰ ਦੇ ਕੋਲ, ਜੋ ਕਹਿ ਰਹੇ ਨੇ ਇਹ ਲੋਕ ਅੱਤਵਾਦੀ ਨੇ, ਰੈਡੀਕਲਸ ਨੇ, ਪਰ ਖੁਦ ਜਿਹੜਾ ਉਹ ਤਿਰੰਗੇ ਦਾ ਸਨਮਾਨ ਵੀ ਨਹੀਂ ਕਰ ਰਹੇ। ਅੱਜ ਕੀ ਲੱਗਦਾ ਰਾਸ਼ਟਰ ਦਾ ਸਨਮਾਨ ਨਹੀਂ ਕਰ ਰਹੇ? मेरे को लगता है कि जो तिरंगे के लिए इज्जत है, सम्मान है, वो कम होता जा रहा है। सरकार तो बस हमें दिखा देती है कि अभी जैसे रिपब्लिक डे पे सेलिब्रेशन परेड वगैरह की जाएंगी, वहाँ पे सल्यूट करेंगे, बट जो असल में लोग दिल में रखे हैं वो नहीं है, वो ख़त्म होती जा रही है भावना देश के प्रति, हमारे तिरंगे के प्रति। बस हमारे ये जो मिनिस्टर्स हैं, पॉलिटिशियंस हैं, ये बस एक इवेंट ऑर्गेनाइज करवा देंगे कि देखो हमारे देश के प्रति हम इतना सब कुछ है, इतना सम्मान है, इतना प्रेम है। बट असल में देखा जाए अगर तिरंगा सड़क पे भी आपको मतलब पड़ा मिलेगा तो कोई उठाएगा नहीं, गाड़ियाँ उसके ऊपर से गुजरेंगी, पाँव वगैरह उसके ऊपर से चले जाएंगे, बट कोई एक ऐसा पॉलिटिशियन भी बता दो जो तिरंगा उठा दे वहाँ से। नहीं कर रहे कोई भी, वो सम्मान नहीं है देश के प्रति इनके दिल में, ख़त्म होते जा रहा है वो इरादे, वो प्रेम, वो भावनाएं सब खत्म होते जा रही हैं देश के प्रति। बस यही हो रहा है। ਰਿਤਿਕ, ਇੱਕ ਪੁਲਵਾਮਾ ਹਮਲਾ ਹੋਇਆ ਸੀ ਦੇਸ਼ ਦੇ ਵਿੱਚ, ਉਸ ਨੂੰ ਲੈ ਕੇ ਅੱਜ ਇੱਕ ਪੱਤਰਕਾਰ ਦੀ ਜਿਹੜੀ ਆ ਚੈਟ ਲੀਕ ਹੋਈ ਆ, WhatsApp ਚੈਟ ਜਿਹੜੀ ਲੀਕ ਹੋਈ ਆ, ਉਹਨੂੰ ਲੈ ਕੇ ਕਾਫੀ ਰੌਲਾ ਪੈ ਰਿਹਾ। ਉਸ ਨੂੰ ਕਿਵੇਂ ਦੇਖਦੇ ਹੋ ਤੁਸੀਂ? ਪਹਿਲਾਂ ਵੀ ਨੈਸ਼ਨਲ ਮੀਡੀਆ ਦੀਆਂ ਗੱਲਾਂ ਕੀਤੀਆਂ ਨੇ, ਇਸ ਸਾਰੇ ਘਟਨਾਕ੍ਰਮ ਨੂੰ ਕਿਵੇਂ ਦੇਖਦੇ ਹੋ ਤੁਸੀਂ? अगर देखा जाए तो अगर वो बात सच है किसका तो ये तो कह सकते हैं कि जो पॉलिटिकल एजेंडा है कि पॉलिटिशियंस अपनी पार्टी, अपनी सरकार को प्रमोट कराने के लिए करवाए जा रहे हैं और फिर उसको ये नेशनल लेवल पे लेके जाते हैं। मतलब लोगों की जो माइंडसेट है, उनके व्यूज़ हैं, जो लोग सोचते हैं उनको चेंज कर रहे हैं, उनकी जो थिंकिंग्स हैं उनको बदल रहे हैं। मतलब वही है कि ब्रेन वॉश किया जा रहा है लोगों को, ये दिखा के कि ये हुआ तो हमने ऐसे रिएक्ट किया, ये हुआ तो हम ये सब। अब पुलवामा अटैक किया तो बता रहे हैं कि हम जी करेंगे। अब सर्जिकल स्ट्राइक है तो हम ये भी नहीं कह सकते कि सर्जिकल स्ट्राइक रेल में करवाई भी है इन्होंने या किसी और का ये हाथ है। देखो हमारे जो प्राइम मिनिस्टर साहब हैं मोदी जी, उन्होंने तो कह दिया कि जी हाँ मैंने करवाई थी। अब रेल में तो हम भी नहीं जानते कि क्या हुआ है क्या नहीं, ये तो बस मोदी जी का तो बस फेस दिखाया जा रहा है। अगर वोटिंग अगर हमारे जम्मू कश्मीर में देखे जाए तो ये वोट्स जो अभी डीडीसी की इलेक्शन हुई हैं, मैं मानता हूँ बीजेपी जीती है, लेकिन वो बीजेपी को वोट किसी ने डाला, वो बस मोदी फेस को वोट डाला जा रहा है कि सिर्फ मोदी को हम वोट डालेंगे। नहीं तो अगर बीजेपी के काम देखे जाए उधर जिस हिसाब से काम किया हुआ है, मैं तो कभी ना डालूँ उन्हें वोट, सीधी बात है। तो आप ਤੁਸੀਂ ਕਿਹਨੂੰ ਪਾਈ ਸੀ ਵੋਟ ਵੈਸੇ? खुद ਦੀ वोट मैंने डाली नहीं, मुझे कोई भी कैंडिडेट, कोई भी इतनी पार्टी वर्दी नहीं लगी जो काम करवा रही है, काम हो रहा है, तो इसलिए मैं तो गया नहीं था, सीधी बात बताऊँ, डालने के लिए। वैसे बाकी कईयों ने डाली है, कईयों को लगता है कि बीजेपी अच्छी है, बीजेपी कर रही है, पर ठीक है धीरे धीरे सभी को समझ आ जाएगा। अभी कुछ लोग सीख रहे हैं, कुछ लोग समझ रहे हैं, कुछ लोग जान रहे हैं बातों को, तो मुझे लगता है कि लोग समझ आएंगे थोड़े टाइम तक। ਰਿਤਿਕ, ਮੇਰਾ ਆਖਰੀ ਸਵਾਲ ਆ ਤੁਹਾਨੂੰ, ਇੱਥੇ ਆਏ ਹੋਏ ਹੋ ਸੰਘਰਸ਼ ਦੇ ਵਿੱਚ,
ਕਿਸਾਨ ਕਹਿ ਰਹੇ ਨੇ ਬਿੱਲ ਰੱਦ ਕਰਾਉਣੇ ਨੇ। ਤੁਸੀਂ ਆਪਣੇ ਸਟੇਟ ਦਾ ਹਾਲ ਦੱਸਿਆ। ਹੁਣ ਤਾਂ ਜਿਹੜਾ ਕਹਿ ਲਈਏ ਵੀ ਕੇਂਦਰ ਸ਼ਾਸਿਤ ਪ੍ਰਦੇਸ਼ ਜਿਹੜਾ ਬਣ ਗਿਆ, ਯੂਟੀ ਬਣ ਗਈ ਆ ਹੁਣ ਤਾਂ ਜੇ ਗੱਲ ਕਰੀਏ ਵੀ ਉੱਥੋਂ ਦੇ ਹਾਲ ਜਿਹੜੇ ਤੁਸੀਂ ਬਿਆਨ ਕੀਤੇ ਨੇ, ਇੱਕ ਮਿਨੋਰਿਟੀ ਨਾਲ ਤੁਸੀਂ ਕਿਹਾ ਧੱਕਾ ਹੁੰਦਾ ਵੀ ਹੈ, ਸਰਕਾਰ ਕਰਦੀ ਵੀ ਹੈ, ਕੁਝ ਲੋਕ ਵੀ ਉੱਥੇ ਹੋ ਸਕਦਾ ਵਿੱਚ ਗਲਤ ਹੋਣ ਹੈਗੇ ਵੀ ਨੇ, ਪਰ ਅੱਜ ਦੀ ਜੇ ਗੱਲ ਕਰੀਏ ਅੱਜ ਵੀ ਇੱਕ ਮਿਨੋਰਿਟੀ ਨਾਲ ਦੇਸ਼ ਦੇ ਵਿੱਚ ਧੱਕਾ ਹੋ ਰਿਹਾ। ਤੁਸੀਂ ਵੀ ਇੱਥੇ ਆਏ ਹੋਏ ਹੋ ਸੰਘਰਸ਼ ਦੇ ਵਿੱਚ, ਬਿੱਲ ਰੱਦ ਕਰਾਉਣ ਦੀ ਗੱਲ ਆਖੀ ਜਾ ਰਹੀ ਹੈ ਵਾਰ-ਵਾਰ, ਸਰਕਾਰ ਕਹਿ ਰਹੀ ਹੈ ਵੀ ਬਿੱਲ ਨਹੀਂ ਰੱਦ ਹੋਣਗੇ, ਕੋਈ ਹੋਰ ਮੰਗ ਹੋਵੇ ਤਾਂ ਦੱਸੋ, ਕਿਵੇਂ ਦੇਖਦੇ ਹੋ? ਲੱਗਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਲਦੀ ਸਰਕਾਰ ਨੂੰ ਝੁਕ ਜਾਣਾ ਚਾਹੀਦਾ ਜਾਂ ਸਰਕਾਰ ਮੰਨ ਜੂਗੀ ਇਹਨਾਂ ਲੋਕਾਂ ਦੇ ਅੱਗੇ ਆ ਕੇ? देखो, अगर सरकार कह रही है कि ये बिल फार्मर्स के लिए बेनिफिशियरी है, तो फार्मर्स भी कह रहे हैं कि ये हमारे लिए नहीं है, तो सरकार क्यों नहीं देख रही है? फार्मर्स को पूछो आके कि आपको क्या चाहिए, उनकी थोड़ी कंडीशन देखो, अगर उस हिसाब से चेंजेस हो सकती हैं तो मुझे लगता है सरकार को करनी चाहिए। बट सरकार को अगर ये 3 बिल हैं जो मेन है, जो फार्मर्स को लगता है कि बहुत गलत, उनके साथ बहुत गलत किया जा रहा है, तो आई थिंक ये सरकार को रोक देना चाहिए। क्योंकि ऐसे अगर आप ऐसे ही हमेशा करते रहोगे, अभी चलो पंजाब में हुआ है, फिर कहीं शायद दूसरी स्टेट में भी कहीं करेंगे, फिर कहीं और भी करेंगे, तो लोगों को अभी आहिस्ते से समझ आ रहा है। वैसे अगर कह सकते हैं पूरे देश में लोगों को नहीं पता कि ये फार्मर्स बिल्स के बारे में, कईयों ने पढ़ा भी नहीं है, ठीक है, तो उन्हें लग रहा है कि फार्मर बिल सही है, सरकार सही कर रही है। बट क्या पता जब उनकी स्टेट में कोई और बिल आए, कुछ और कंडीशंस आए, कुछ और एक्सट्रीम कंडीशंस लेकर आए सरकार, तब मतलब लोग समझेंगे, आहिस्ता आहिस्ता ही समझेंगे। बट हाँ, मैं सपोर्ट कर रहा हूँ यहाँ पे फार्मर्स को, क्योंकि मुझे लगता है कि गलत किया जा रहा है। 2 महीने से बैठे हुए हैं यहाँ पे दिल्ली बॉर्डर पे आके, सिर्फ एक डिस्कशन के लिए, एक बातचीत के लिए और थोड़ी मीटिंग्स के लिए। बट सरकार हमारी डिले करवाई जा रही है मीटिंग्स को, कि आज नहीं 2 दिन बाद रखो, 2 दिन बाद रखो, 2 दिन बाद रखो। यहाँ पे कितने ही लोग, आई थिंक 70 के करीब लोगों की यहाँ पे मर चुके हैं, जो मर भी नहीं है, शहीद हो चुके हैं वैसे इस संघर्ष में। तो आई थिंक गलत हुआ जा रहा है। मोदी जी देखे जा रहे हैं दूसरे देशों में जो लोग मर रहे हैं उनके प्रति दुख प्रकट कर रहे हैं, बट जो यहाँ पे मर रहे हैं उनका क्या, जो जहाँ पे शहीद हो रहे हैं उनका क्या, जो इतनी ठंड में बैठे हुए हैं, अपने घरों से निकल के बैठे हुए हैं यहाँ पे, उनका क्या? उनका भी तो देखो मोदी जी, उनका भी चाहिए। वैसे मुझे लगता है कि सरकार को थोड़ा रोक डाल देनी चाहिए बिल्स के ऊपर, रोक दो, कुछ नहीं जा रहा, थोड़े टाइम के लिए लगा दो, चेंजेस देखो। अगर कहीं दोनों, अगर सरकार को भी लगता है कि ये सरकार के लिए सही है और फार्मर दोनों के लिए सही है, तो इक्वालिटी ज़रूरी है ना, बैलेंस बना के चलो। कि यहाँ अब सरकार कह रही है कि हम यहाँ से जाएंगे और फार्मर्स यहाँ दबा देंगे, तो ऐसा नहीं होता ना, थोड़ा इक्वल चलो, कि फार्मर्स को भी अच्छा लगे, फार्मर्स भी सपोर्ट करें सरकार को, कि हमने जिनको वोट दिया है, हमने जिन्हें चुना है, अपने मतलब फेस बनाया इस देश के लिए, कि जो हमारे लिए हमारे हित में सोचेंगे, तो उन्हें भी सोचना चाहिए कि हाँ हम एक बैलेंस बना के चलें, साथ में चलें और देश का भी आगे तक लेके जाएं। बहुत बहुत धन्यवाद ਰਿਤਿਕ, ਤੁਸੀਂ ਸਾਡੇ ਨਾਲ ਜੁੜੇ। जी जय हिंद जी, थैंक यू जी। ਤਾਂ ਇਹ ਸੀਗਾ ਕਸ਼ਮੀਰ ਦਾ ਇੱਕ ਨੌਜਵਾਨ ਰਿਤਿਕ, ਜੋ ਕਿ ਪਟਿਆਲੇ ਪੜ੍ਹਦੇ ਨੇ ਪਰ ਇੱਥੇ ਸੰਘਰਸ਼ ਦੇ ਵਿੱਚ ਆਏ ਹੋਏ ਨੇ, ਹਾਜ਼ਰੀ ਲਵਾ ਰਹੇ ਨੇ। ਬਾਈ ਦਾ ਕਹਿਣਾ ਸੀ ਕਿ ਹਿੰਦੂ ਰਾਸ਼ਟਰ ਦੀਆਂ ਗੱਲਾਂ ਕਰਨ ਵਾਲੇ ਨੇਤਾਵਾਂ ਨੂੰ ਦੇਖਣਾ ਚਾਹੀਦਾ ਕਿ ਦੇਸ਼ ਦੇ ਜਿਹੜੇ ਹਿੰਦੂ ਬਹੁ ਗਿਣਤੀ ਲੋਕ ਨੇ ਉਹ ਤਾਂ ਜਿਹੜਾ ਦੂਜੇ ਦੇਸ਼ਾਂ ਦੇ ਵਿੱਚ ਨੌਕਰੀਆਂ ਲਈ ਜਾ ਰਹੇ ਨੇ। ਇਹ ਕਹਿੰਦੇ ਨੇ ਸਬਕਾ ਸਾਥ ਸਬਕਾ ਵਿਕਾਸ ਬੀਜੇਪੀ ਵਾਲੇ, ਪਰ ਦੇਸ਼ ਦਾ ਵਿਕਾਸ ਜਿਹੜਾ ਆ ਉਹ ਰੁਕਿਆ ਹੋਇਆ। ਇਹਨਾਂ ਨੂੰ ਵਿਕਾਸ ਦੇ ਵੱਲ ਨਜ਼ਰ ਮਾਰਨੀ ਚਾਹੀਦੀ ਆ, ਕਿਸਾਨਾਂ ਦੇ ਨਾਲ ਜਿਹੜਾ ਅੱਜ ਖੜਨਾ ਚਾਹੀਦਾ, ਕਿਸਾਨਾਂ ਦੀ ਸਾਰ ਲੈਣੀ ਚਾਹੀਦੀ ਆ। ਕੈਮਰਾਮੈਨ ਯਾਦਵਿੰਦਰ ਦੇ ਨਾਲ ਮੈਂ ਸਿਮਰਨਜੀਤ ਸਿੰਘ, ਸਿਮਰਾ ਔਨ 에ਅਰ ਚੈਨਲ, ਸਿੰਘੂ ਬਾਰਡਰ।